ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ ਚੈਨਲ MG ਪੰਜਾਬੀ ਕਲਾਸ। ਪਹਿਲਾਂ ਆਪਾਂ ਸ਼ੇਖ ਫਰੀਦ ਵਾਲੇ ਟੌਪਿਕ ਪੜ੍ਹਿਆ ਸੀਗਾ। ਅੱਜ ਕਵੀ ਬੁੱਲੇ ਸ਼ਾਹ ਦਾ ਨਵਾਂ ਟੌਪਿਕ ਆਪਾਂ ਸ਼ੁਰੂ ਕਰਨ ਲੱਗੇ ਹਾਂ। ਇਹ ਤੁਹਾਨੂੰ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਇੱਕ ਨਾ ਇੱਕ ਪੈਰਾ ਕਵਿਤਾ ਦਾ ਆਉਂਦਾ ਹੈ, ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਸਰਲ ਅਰਥ ਦੀ। ਤਾਂ ਇੱਕ ਵਾਰੀ ਆਪਾਂ ਪਹਿਲਾਂ ਵਿਆਖਿਆ ਸ਼ੁਰੂ ਕਰਦੇ ਹਾਂ, ਬਾਅਦ ਵਿੱਚ ਜਿਵੇਂ ਜਿਵੇਂ ਨੋਟਸ ਤੁਹਾਨੂੰ ਮੈਂ ਪ੍ਰੋਵਾਈਡ ਕਰਵਾਈ ਜਾਵਾਂਗੀ। ਅੱਜ ਦੀ ਕਵਿਤਾ ਦਾ ਨਾਮ ਹੈ, ਬੁੱਲੇ ਸ਼ਾਹ ਦੀ ਕਵਿਤਾ ਹੈ ਮੇਰੀ ਬੁੱਕਲ ਦੇ ਵਿੱਚ ਚੋਰ। ਹੁਣ ਇੱਥੇ ਚੋਰ ਕਿਹਨੂੰ ਕਿਹਾ ਗਿਆ ਹੈ? ਪਰਮਾਤਮਾ ਨੂੰ। ਇਹ ਕਵਿਤਾ ਕਾਫੀ ਬਿਲਾਵਲ ਹੈ। ਇਹ ਕਾਫੀ ਬੁੱਲੇ ਸ਼ਾਹ ਨੇ ਉਦੋਂ ਲਿਖੀ ਜਦੋਂ ਉਹਨਾਂ ਨੇ ਪਰਮਾਤਮਾ ਨੂੰ ਭਾਲ ਲਿਆ। ਕਿੱਥੋਂ ਭਾਲਿਆ? ਆਪਣੇ ਅੰਦਰੋਂ। ਜਦੋਂ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਵੀ ਪਰਮਾਤਮਾ ਨੂੰ ਅਸੀਂ ਬਾਹਰ ਲੱਭਦੇ ਫਿਰਦੇ ਹਾਂ, ਜਦੋਂ ਕਿ ਪਰਮਾਤਮਾ ਤਾਂ ਆਪਣੇ ਦਿਲ ਦੇ ਅੰਦਰ ਹੈ। ਜਦੋਂ ਕਿਸੇ ਇਨਸਾਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤਾਂ ਆਪਾਂ ਕੋਠੇ 'ਤੇ ਚੁਬਾਰੇ 'ਤੇ ਚੜ੍ਹ ਕੇ ਰੌਲਾ ਪਾਉਣ ਲੱਗ ਜਾਂਦੇ ਹਾਂ। ਇਸੇ ਤਰੀਕੇ ਹੀ ਬੁੱਲੇ ਸ਼ਾਹ ਨੇ ਵੀ ਜਦੋਂ ਪਰਮਾਤਮਾ ਨੂੰ ਆਪਣੇ ਅੰਦਰੋਂ ਪਾ ਲਿਆ ਤਾਂ ਉਹਨਾਂ ਨੂੰ ਇੰਨੀ ਖੁਸ਼ੀ ਹੋਈ, ਤਾਂ ਉਸ ਖੁਸ਼ੀ ਨੂੰ ਉਹਨਾਂ ਨੇ ਇਸ ਕਾਫੀ ਦੇ ਵਿੱਚ ਜ਼ਾਹਿਰ ਕੀਤਾ ਹੈ। ਚਲੋ ਲੈਟਸ ਸਟਾਰਟ। ਮੇਰੀ ਬੁੱਕਲ ਦੇ ਵਿੱਚ ਚੋਰ, ਸਾਧੂ ਕਿਹਨੂੰ ਕੂਕ ਸੁਣਾਵਾਂ ਨੀ ਮੇਰੀ ਬੁੱਕਲ ਦੇ ਵਿੱਚ ਚੋਰ। ਹੁਣ ਇੱਥੇ ਤੁਹਾਨੂੰ ਦੱਸਿਆ ਚੋਰ ਪਰਮਾਤਮਾ ਨੂੰ ਕਿਹਾ ਗਿਆ ਹੈ। ਕਵੀ ਬੁੱਲੇ ਸ਼ਾਹ ਕਹਿ ਰਹੇ ਹੈ ਕਿ ਮੈਂ ਪਰਮਾਤਮਾ ਨੂੰ, ਚੋਰ ਰੂਪੀ ਪਰਮਾਤਮਾ ਨੂੰ ਆਪਣੇ ਅੰਦਰੋਂ ਲੱਭ ਲਿਆ ਹੈ। ਉਹ ਕਿਧਰੇ ਹੋਰ ਨਹੀਂ, ਮਨੁੱਖ ਦੇ ਦਿਲ ਵਿੱਚ ਹੀ ਵਸਦਾ ਹੈ। ਤਾਂ ਬੁੱਲੇ ਸ਼ਾਹ ਜੀ ਕਹਿ ਰਹੇ ਹਨ, ਹੇ ਸਾਧੂ ਜਨੋ, ਮੈਂ ਪਰਮਾਤਮਾ ਨੂੰ ਤਾਂ ਆਪਣੇ ਅੰਦਰੋਂ ਹੀ ਲੱਭ ਲਿਆ। ਤੁਸੀਂ ਕਿਵੇਂ ਬਾਹਰ ਲੱਭਦੇ ਫਿਰਦੇ ਹੋ? ਮੈਂ ਹੁਣ ਕਿਹਨੂੰ ਕੂਕ ਕੇ ਸੁਣਾਵਾਂ ਕਿ ਪਰਮਾਤਮਾ ਤਾਂ ਕਿਤੇ ਬਾਹਰ ਨਹੀਂ ਹੈ, ਪਰਮਾਤਮਾ ਤਾਂ ਮਨੁੱਖ ਦੇ ਦਿਲ ਵਿੱਚ ਹੀ ਵਸਦਾ ਹੈ। ਨੀ ਮੇਰੀ ਬੁੱਕਲ ਦੇ ਵਿੱਚ ਚੋਰ, ਸਾਧੂ ਕਿਹਨੂੰ ਕੂਕ ਸੁਣਾਵਾਂ। ਕਹਿੰਦੇ ਪਰਮਾਤਮਾ ਤਾਂ ਮਨੁੱਖ ਦੇ ਦਿਲ ਵਿੱਚ ਹੀ ਹੈ। ਕਹਿੰਦੇ ਕਿਤੇ ਰਾਮਦਾਸ, ਕਿਤੇ ਫਤਿਹ ਮੁਹੰਮਦ। ਹੁਣ ਕੀ ਕਹਿੰਦੇ? ਪਰਮਾਤਮਾ ਤਾਂ ਇੱਕ ਸੀ, ਅਸੀਂ ਸਾਰੇ ਉਹਨਾਂ ਦੇ ਬੱਚੇ ਹਾਂ, ਹੈ ਨਾ। ਅਸੀਂ ਕਿਸੇ ਨੇ ਆਪਦਾ ਨਾਮ ਹਿੰਦੂ 'ਤੇ ਆਧਾਰਿਤ ਰੱਖ ਲਿਆ, ਕਿਸੇ ਨੇ ਮੁਸਲਮਾਨ 'ਤੇ ਆਧਾਰਿਤ ਰੱਖ ਲਿਆ, ਕਿਸੇ ਨੇ ਰਾਮਦਾਸ ਰੱਖ ਲਿਆ, ਕਿਤੇ ਨੇ ਫਤਿਹ ਮੁਹੰਮਦ ਰੱਖ ਲਿਆ, ਹੈ ਨਾ। ਪਰਮਾਤਮਾ ਨੇ ਤਾਂ ਇੱਕ ਮਨੁੱਖ ਹੀ ਬਣਾਇਆ ਸੀ, ਜਦੋਂ ਕਿ ਅਸੀਂ ਸਾਰੇ ਇੱਕੋ ਰੱਬ ਦੇ ਬੱਚੇ ਹਾਂ। ਕਿਤੇ ਰਾਮਦਾਸ, ਕਿਤੇ ਫਤਿਹ ਮੁਹੰਮਦ, ਇਹੋ ਕਦੀਮੀ ਸ਼ੋਰ। ਕਹਿੰਦੇ ਵੀ ਸਾਰੇ ਹਿੰਦੂ ਅਤੇ ਮੁਸਲਮਾਨ ਆਪਦੇ ਨਾਮ ਨੂੰ ਲੈ ਕੇ, ਆਪਦੇ ਧਰਮ ਨੂੰ ਲੈ ਕੇ ਆਪਸ ਵਿੱਚ ਲੜਾਈਆਂ ਕਰ ਰਹੇ ਹਨ, ਝਗੜੇ ਕਰ ਰਹੇ ਹਨ, ਜਦੋਂ ਕਿ ਪਰਮਾਤਮਾ ਤਾਂ ਮਨੁੱਖ ਦੇ ਦਿਲ ਵਿੱਚ ਵਸਦਾ ਹੈ। ਜਿਵੇਂ ਚੋਰ ਦੁਨੀਆ ਤੋਂ ਲੁਕਦੇ ਫਿਰਦੇ ਹਨ, ਉਸੇ ਤਰ੍ਹਾਂ ਪਰਮਾਤਮਾ ਵੀ ਮਨੁੱਖ ਦੇ ਦਿਲ ਵਿੱਚ ਛਿਪਿਆ ਰਹਿੰਦਾ ਹੈ। ਵੱਖ-ਵੱਖ ਧਰਮ ਦੇ ਲੋਕਾਂ ਨੇ ਉਸ ਨੂੰ ਵੱਖ-ਵੱਖ ਨਾਵਾਂ ਨਾਲ ਪੁਕਾਰਦੇ ਹਨ। ਕੋਈ ਉਸ ਨੂੰ ਰਾਮਦਾਸ ਕਹਿੰਦਾ ਹੈ, ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਅਤੇ ਕੋਈ ਉਸ ਨੂੰ ਫਤਿਹ ਮੁਹੰਮਦ ਕਹਿ ਕੇ ਯਾਦ ਕਰਦਾ ਹੈ। ਮੁਸਲਮਾਨ ਸਿਵੇ ਤੋਂ ਚਿੜਦੇ, ਹਿੰਦੂ ਚਿੜਦੇ ਗੌਰ। ਕਹਿੰਦੇ ਮੁਸਲਮਾਨ ਕੀ ਹੁੰਦਾ? ਸਿਵੇ ਤੋਂ ਚਿੜਦੇ ਆ। ਮੰਨ ਲਓ ਹਿੰਦੂਆਂ ਦੇ ਵਿੱਚ ਕੀ ਰਵਾਇਤ ਹੈ? ਮੁਰਦੇ ਨੂੰ ਜਲਾਏ ਜਾਣ ਦੀ, ਹੈ ਨਾ। ਅਤੇ ਮੁਸਲਮਾਨਾਂ ਦੇ ਵਿੱਚ, ਹਿੰਦੂਆਂ ਦੇ ਵਿੱਚ ਇਹ ਤਾਂ ਰਿਵਾਇਤ ਹੈ ਵੀ ਕਬਰਾਂ ਦੇ ਵਿੱਚ ਦਫਨਾਏ ਜਾਣ ਦੀ, ਹੈ ਨਾ। ਅਤੇ ਹਿੰਦੂਆਂ ਦੇ ਵਿੱਚ ਰਵਾਇਤ ਹੈ ਵੀ ਮੁਰਦਾ ਨੂੰ ਜਲਾਏ ਜਾਣ ਦੀ, ਹੈ ਨਾ। ਦੋਵੇਂ ਇੱਕ ਦੂਜੇ ਦੀ ਰਵਾਇਤਾਂ ਤੋਂ ਚਿੜਦੇ ਰਹਿੰਦੇ ਹਨ। ਮੁਸਲਮਾਨ ਜਿਵੇਂ ਮੁਰਦਿਆਂ ਨੂੰ ਕਬਰਾਂ ਦੇ ਵਿੱਚ ਦਫਨਾਉਂਦੇ ਹਨ, ਤਾਂ ਹਿੰਦੂ ਇਹਨਾਂ ਤੋਂ ਚਿੜਦੇ ਹਨ। ਅਤੇ ਜਦੋਂ ਹਿੰਦੂ ਉਹਨਾਂ ਨੂੰ ਮੁਰਦਿਆਂ ਨੂੰ ਜਲਾਉਂਦੇ ਹਨ, ਤਾਂ ਮੁਸਲਮਾਨ ਇਹਨਾਂ ਤੋਂ ਚਿੜਦੇ ਹਨ। ਮੁੱਕ ਗਏ ਸਭ ਝਗੜੇ ਝੇੜੇ, ਨਿਕਲ ਪਿਆ ਕੁਝ ਹੋਰ। ਹੁਣ ਬੁੱਲੇ ਸ਼ਾਹ ਜੀ ਕਹਿੰਦੇ ਜਦੋਂ ਪਰਮਾਤਮਾ ਨੂੰ ਆਪਣੇ ਅੰਦਰੋਂ ਭਾਲ ਲਓ ਤਾਂ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਤਾਂ ਇਹ ਸਮਝ ਆਉਂਦੀ ਹੈ ਕਿ ਅਸੀਂ ਤਾਂ ਐਵੇਂ ਹੀ ਆਪਸ 'ਚ ਲੜਦੇ ਫਿਰਦੇ ਹਾਂ, ਜਦੋਂ ਕਿ ਅਸੀਂ ਸਾਰੇ ਸਿੱਖ, ਹਿੰਦੂ, ਮੁਸਲਿਮ, ਈਸਾਈ ਸਾਰੇ ਭਾਈ ਹਾਂ, ਅਸੀਂ ਤਾਂ ਇੱਕੋ ਬਾਪ ਦੇ ਬੱਚੇ ਹਾਂ। ਹੁਣ ਕਹਿੰਦੇ ਵੀ ਪਰਮਾਤਮਾ ਨੂੰ ਅੰਦਰੋਂ ਲੱਭ ਨਾਲ ਮੇਰੀ ਇਹ ਅਵਸਥਾ ਹੋ ਗਈ ਕਿ ਮੈਂ ਤਾਂ ਸਾਰੇ ਇਹ ਲੜਾਈ ਝਗੜਿਆਂ ਨੂੰ ਹੀ ਮੁੱਕ ਗਏ ਆ ਮੇਰੇ ਅੰਦਰੋਂ। ਕਹਿੰਦੇ ਸਾਧੂ ਕਿਸ ਨੂੰ ਕੂਕ ਸੁਣਾਵਾਂ ਮੇਰੀ ਬੁੱਕਲ ਦੇ ਵਿੱਚ ਚੋਰ। ਕਹਿੰਦੇ ਹੇ ਸਾਧੂ ਜਨੋ, ਪਰਮਾਤਮਾ ਨੂੰ ਕਿਧਰੇ ਬਾਹਰ ਲੱਭਣ ਦੀ ਲੋੜ ਨਹੀਂ, ਕਿਸੇ ਗੁਰਦੁਆਰੇ ਜਾਂ ਮੰਦਰਾਂ ਤੀਰਥਾਂ 'ਚ ਲੱਭਣ ਦੀ ਲੋੜ ਨਹੀਂ। ਪਰਮਾਤਮਾ ਤਾਂ ਮਨੁੱਖ ਦੇ ਦਿਲ ਵਿੱਚ ਛੁਪਿਆ ਬੈਠਾ ਹੈ। ਜਿਸ ਤਰ੍ਹਾਂ ਚੋਰ ਦੁਨੀਆ ਤੋਂ ਲੁਕਦੇ ਫਿਰਦੇ ਹਨ ਬਾਹਰ, ਉਸੇ ਤਰ੍ਹਾਂ ਪਰਮਾਤਮਾ ਮਨੁੱਖ ਦੇ ਦਿਲ ਵਿੱਚ ਛੁਪਿਆ ਬੈਠਾ ਹੈ। ਕੀ ਕਹਿੰਦੇ? ਜਿਸ ਢੂੰਡਿਆ ਤਿਸ ਪਾਇਓ ਨਹੀਂ, ਝੁਰ ਹੋਇਆ ਮੋਰ। ਹੁਣ ਇਹਦੇ ਲਾਈਨਾਂ ਵਿੱਚ ਕੀ ਕਹਿ ਰਹੇ ਹੈ? ਕਹਿੰਦੇ ਜੋ ਇਨਸਾਨ, ਕਹਿੰਦੇ ਪਰਮਾਤਮਾ ਨੂੰ ਲੱਭਣ ਲਈ ਜੰਗਲਾਂ ਵਿੱਚ ਜਾਂਦੇ ਹਨ, ਪਹਾੜਾਂ ਵਿੱਚ ਜਾਂਦੇ ਹਨ, ਘਰ-ਬਾਰ ਛੱਡਦੇ ਹਨ, ਸੰਨਿਆਸੀ ਧਾਰਨ ਕਰਦੇ ਹਨ। ਕਹਿੰਦੇ ਉਹ ਭਾਵੇਂ ਉਹਨਾਂ ਦਾ ਝੁਰ ਹੋਇਆ ਮੋਰ ਦਾ ਮਤਲਬ ਹੈ ਵੀ ਉਹਨਾਂ ਦਾ ਸਰੀਰ ਤਪੱਸਿਆ ਕਰਕੇ ਭਾਵੇਂ ਕੀੜੀ ਵਰਗਾ ਹੋ ਜਾਵੇ ਹੈ, ਪਰ ਉਹਨਾਂ ਨੂੰ ਪਰਮਾਤਮਾ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਆਪ ਸਾਹਿਬ ਜਿਸ ਨੂੰ ਭਾਲ ਲਵੇ। ਕਹਿੰਦੇ ਜੇ ਪਰਮਾਤਮਾ ਦੀ ਇੱਛਾ ਹੋਊਗੀ ਨਾ, ਜਿਹੜੇ ਇਨਸਾਨ ਨੂੰ ਮੈਂ ਦਰਸ਼ਨ ਦੇਣੇ ਹਨ ਤਾਂ ਉਹਨਾਂ ਨੂੰ ਹੀ ਮਿਲੂਗਾ।
ਆਪ ਸਾਹਿਬ ਜਿਸ ਨੂੰ ਭਾ ਲਵੇ। ਪਰਮਾਤਮਾ ਜਿਨ੍ਹਾਂ ਭਗਤਾਂ ਦੀ ਖੋਜ ਆਪ ਕਰਦਾ ਹੈ, ਉਹਨਾਂ ਦੇ ਮੱਥੇ ਤੇ ਜਨਮ ਦੇ ਸਮੇਂ ਹੀ ਆਪਣੇ ਦਰਸ਼ਨ ਦਾ, ਦੀਦਾਰ ਦਾ ਮੱਥੇ ਦੇ ਲੇਖਾਂ 'ਚ ਲਿਖ ਦਿੰਦੇ ਹਨ। ਉਸ ਨੂੰ ਉਸ ਦੀ ਗਤ ਜੋਰ, ਕਹਿੰਦੇ ਜੇ ਪਰਮਾਤਮਾ ਦੀ ਇੱਛਾ ਹੋਊਗੀ ਤਾਂ ਉਸ ਨੂੰ ਹੀ ਦਰਸ਼ਨ ਦੇਣਗੇ, ਭਾਵੇਂ ਕੋਈ ਤਪੱਸਿਆ ਕਰ ਲੇ, ਜੰਗਲਾਂ ਪਹਾੜਾਂ ਵਿੱਚ ਫਿਰਦਾ ਰਵੇ, ਚਾਹੇ ਉਹ ਕਿਤੇ ਮਰਜ਼ੀ ਚਲਾ ਜਾਵੇ। ਜਿਹੜਾ ਲੇਖ ਮੱਥੇ ਦਾ ਲਿਖਿਆ ਕੌਣ ਕਰੇ ਭੰਨ ਤੋੜ। ਹੁਣ ਇੱਥੇ ਕਵੀ ਬੁੱਲੇ ਸ਼ਾਹ ਜੀ ਕਹਿ ਰਹੇ ਹਨ ਕਿ ਇੱਕ ਵਾਰੀ ਮਨੁੱਖ ਦੇ ਮੱਥੇ ਦੇ ਵਿੱਚ ਜਿਹੜਾ ਲੇਖ ਲਿਖ ਦਿੱਤਾ, ਜਿਹੜੀ ਵਿਧਾਤਾ ਨੇ ਕਿਸਮਤ ਲਿਖ ਦਿੱਤੀ, ਉਹਨੂੰ ਜਿੰਨਾ ਮਰਜ਼ੀ ਭੰਨ ਤੋੜ ਕਰ ਲਓ, ਉਹ ਉਵੇਂ ਦਾ ਉਵੇਂ ਹੀ ਰਹਿਣਾ ਹੈ। ਜੋ ਆਪਣੇ ਕਰਮਾਂ ਦੇ ਵਿੱਚ ਲਿਖਿਆ ਗਿਆ ਉਹ ਮਨੁੱਖ ਨੂੰ ਭੋਗਣਾ ਹੀ ਭੋਗਣਾ ਹੈ। ਸਾਧੂ ਕਿਸ ਨੂੰ ਕੂਕ ਸੁਣਾਵਾਂ ਮੇਰੇ ਬੁੱਕਲ ਦੇ ਵਿੱਚ ਜ਼ੋਰ। ਹੇ ਸਾਧੂ ਜਨੋ, ਮੈਂ ਕਿਸ ਨੂੰ ਕੂਕ ਸੁਣਾਵਾਂ, ਚੀਕ ਚੀਕ ਕੇ ਪੁਕਾਰਾਂ। ਵੀ ਜਿਹੜੇ ਪਰਮਾਤਮਾ ਨੂੰ ਅਸੀਂ ਬਾਹਰ ਲੱਭਦੇ ਫਿਰਦੇ ਹਾਂ, ਉਹ ਤਾਂ ਮਨੁੱਖ ਦੇ ਦਿਲ ਵਿੱਚ ਹੀ ਛੁਪਿਆ ਬੈਠਾ ਹੈ। ਤਾਂ ਇਸ ਕਰਕੇ ਸਾਨੂੰ ਕਿਧਰੇ ਕਰਮਕਾਂਡਾਂ ਵਿੱਚ ਜਾਣ ਦੀ ਲੋੜ ਨਹੀਂ। ਕਰਮਕਾਂਡ ਮਤਲਬ ਨਾ ਤਾਂ ਸਾਨੂੰ ਹੱਥ ਵਿੱਚ ਸੋਟੀ ਫੜਨ ਦੀ, ਮਾਲਾ ਫੜਨ ਦੀ, ਤਸਬੀਹ ਕਰਨ ਦੀ, ਨਾ ਨਮਾਜ਼ ਪੜ੍ਹਨ ਦੀ, ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ। ਸਾਨੂੰ ਤਾਂ ਮਨੁੱਖ ਨੂੰ ਆਪਣੇ ਅੰਦਰ, ਮਨੁੱਖ ਨੂੰ ਪਰਮਾਤਮਾ ਨੂੰ ਤਾਂ ਆਪਣੇ ਅੰਦਰੋਂ ਹੀ ਭਾਲ ਲਵੇਗਾ। ਜਦੋਂ ਆਪਣੇ ਮਨ ਦੇ ਵਿੱਚ ਵੈਰ, ਵਿਰੋਧ, ਈਰਸ਼ਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਦਾ ਤਿਆਗ ਕਰੂਗਾ ਤਾਂ ਪਰਮਾਤਮਾ ਦੀ ਖੋਜ ਮਨੁੱਖ ਦੇ ਹਿਰਦੇ ਵਿੱਚੋਂ ਹੀ ਹੋਵੇਗੀ। ਹੁਣ ਅਗਲੀ ਲਾਈਨ 'ਚ ਕੀ ਕਹਿ ਰਹੇ ਹੈ, ਪੀਰ ਪੀਰਾਂ ਬਗਦਾਦ ਅਸਾਡਾ। ਹੁਣ ਕਹਿੰਦੇ ਪੀਰ ਪੀਰਾਂ ਬਗਦਾਦ ਅਸਾਡਾ। ਹੁਣ ਇੱਥੇ ਕਵੀ ਬੁੱਲੇ ਸ਼ਾਹ ਕਹਿੰਦੇ ਸਾਡੇ ਪੀਰਾਂ ਦਾ ਪੀਰ ਕੀ ਹੈ, ਬਗਦਾਦ। ਮੁਸਲਮਾਨ ਸੀਗੇ ਖੁਦ ਵੀ। ਪੀਰ ਪੀਰਾ ਬਗਦਾਦ ਅਸਾਡਾ ਮੁਰਸ਼ਦ ਤਖਤ ਲਾਹੌਰ। ਕੀ ਕਹਿ ਰਹੇ ਵੀ ਜਿਹੜਾ ਮੇਰਾ ਪੀਰ ਹੈ ਉਹ ਤਾਂ ਬਗਦਾਦ ਵਿੱਚ ਰਹਿੰਦਾ ਹੈ, ਤੇ ਜਿਹੜਾ ਮੁਰਸ਼ਦ ਹੈ, ਮੁਰਸ਼ਦ ਕਿਹਾ ਗਿਆ ਹੈ ਗੁਰੂ ਨੂੰ, ਉਹ ਤਖਤ ਲਾਹੌਰ ਵਿੱਚ ਰਹਿੰਦਾ ਹੈ। ਉਹ ਅਸੀਂ ਸਭ ਇੱਕੋ ਕੋਈ, ਕਹਿੰਦੇ ਉਹ ਮੇਰਾ ਗੁਰੂ ਤੇ ਮੈਂ ਹੁਣ ਇੱਕੋ ਹੋ ਗਏ ਹਾਂ, ਸਾਡਾ ਮੇਲ ਹੋ ਗਿਆ, ਅਸੀਂ ਇੱਕੋ ਹੋ ਗਏ ਹਾਂ। ਆਪ ਗੁੱਡੀ ਆਪ ਡੋਰ। ਇੱਥੇ ਗੁੱਡੀ ਪਤੰਗ ਨੂੰ ਕਿਹਾ ਗਿਆ ਹੈ। ਕਹਿੰਦੇ ਜੇ ਮੇਰਾ ਗੁਰੂ ਗੁੱਡੀ ਪਤੰਗ ਹੈ ਤਾਂ ਮੈਂ ਉਸਦੀ ਡੋਰ ਹਾਂ। ਉਹ ਆਪ ਹੀ ਪਤੰਗ ਹੈ ਤੇ ਆਪ ਹੀ ਡੋਰ ਹੈ, ਕਿਉਂਕਿ ਮੈਂ ਕੀ ਹਾਂ, ਮੈਂ ਨਿਮਾਣਾ, ਮੇਰੀ ਕੋਈ ਹਸਤੀ ਨਹੀਂ, ਮੈਂ ਤਾਂ ਗੁਰੂ ਦੇ ਵਿੱਚ ਹੀ ਸਮਾਹਿਤ ਹੋ ਗਿਆ ਹਾਂ, ਸੰਮਿਲਿਤ ਹੋ ਗਿਆ ਹਾਂ, ਮੇਰੀ ਹੁਣ ਕੋਈ ਹਸਤੀ ਨਹੀਂ ਹੈ। ਮੈਂ ਦੱਸਣਾ ਤੁਸੀਂ ਪਕੜ ਲਿਆਓ ਬੁੱਲੇ ਸ਼ਾਹ ਦਾ ਚੋਰ। ਕਈ ਕਹਿੰਦੇ ਹੈ ਵੀ ਉਹਨਾਂ ਨੇ ਮੁਰਸ਼ਦ ਉਹਨਾਂ ਨੇ ਕਿਹਾ ਮੇਰਾ ਲਾਹੌਰ ਰਹਿੰਦਾ, ਤੇ ਗੁਰੂ ਰੂਪੀ ਮੁਰਸ਼ਦ ਨੇ ਕਹਿੰਦੇ ਮੇਰੇ ਕੋਲ ਚੁਗਲੀ ਕੀਤੀ ਹੈ। ਚੁਗਲੀ ਮੀਨਸ ਵੀ ਇੱਕ ਯੁਕਤੀ ਦੱਸੀ ਹੈ। ਇੱਕ ਗੁਰੂ ਹੀ ਯੁਕਤੀ ਦੱਸ ਸਕਦਾ ਹੈ ਕਿ ਪਰਮਾਤਮਾ ਨੂੰ ਕਿਵੇਂ ਪਾਈਦਾ ਹੈ। ਤਾਂ ਕਹਿੰਦੇ ਮੈਂ ਦੱਸਣਾ ਤੁਸੀਂ ਪਕੜ ਲਿਆਓ ਬੁੱਲੇ ਸ਼ਾਹ ਦਾ ਚੋਰ। ਬੁੱਲੇ ਸ਼ਾਹ ਦਾ ਚੋਰ ਮਤਲਬ ਬੁੱਲੇ ਸ਼ਾਹ ਦਾ ਪਰਮਾਤਮਾ। ਉਹਨਾਂ ਦੇ ਬੁੱਲੇ ਸ਼ਾਹ ਦੇ ਗੁਰੂ ਨੇ ਪਰਮਾਤਮਾ ਨੂੰ ਪਾਉਣ ਦੀ ਯੁਕਤੀ ਦਿੱਤੀ, ਜਿਸ ਰਸਤੇ 'ਤੇ ਚੱਲ ਕੇ ਬੁੱਲੇ ਸ਼ਾਹ ਨੇ ਆਪਣੇ ਪਰਮਾਤਮਾ ਨੂੰ ਪਾ ਲਿਆ। ਇਸ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਗੁਰੂ ਧਾਰਨ ਕਰਨਾ ਚਾਹੀਦਾ ਹੈ। ਜੋ ਗੁਰੂ ਸਾਨੂੰ ਉਹ ਰਾਹ ਲੈ ਕੇ ਜਾਏਗਾ, ਉਹ ਰਾਹ ਦੱਸੇਗਾ ਹੋਗਾ ਜਿਸ ਰਸਤੇ 'ਤੇ ਚੱਲ ਕੇ ਇੱਕ ਮਨੁੱਖ ਦਾ ਪਰਮਾਤਮਾ ਨਾਲ ਮਿਲਨ ਹੁੰਦਾ ਹੈ। ਸਾਧੂ ਕਿਸ ਨੂੰ ਕੂਕ ਸੁਣਾਵਾਂ ਮੇਰੇ ਬੁੱਕਲ ਦੇ ਵਿੱਚੋਂ ਹੈ। ਹੁਣ ਬੁੱਲੇ ਸ਼ਾਹ ਨੇ ਜਦੋਂ ਪਰਮਾਤਮਾ ਨੂੰ ਪਾਲ ਲਿਆ ਤਾਂ ਉਹਦੀ ਖੁਸ਼ੀ ਨੂੰ ਕਹਿੰਦੇ ਕਿਵੇਂ ਜ਼ਾਹਰ ਕਰਾਂ ਵੀ ਪਰਮਾਤਮਾ ਤੇ ਕਿਧਰੇ ਹੋਰ ਨਹੀਂ, ਮਨੁੱਖ ਦੇ ਦਿਲ ਵਿੱਚ ਹੀ ਹੈ, ਬੁੱਕਲ ਦੇ ਵਿੱਚ ਹੀ ਹੈ। ਚੋਰ ਰੂਪੀ ਪਰਮਾਤਮਾ ਮਨੁੱਖ ਨੂੰ ਕਿਧਰੇ ਬਾਹਰ ਨਹੀਂ, ਮਨੁੱਖ ਨੂੰ ਆਪਣੇ ਅੰਦਰੋਂ ਹੀ ਮਿਲੇਗਾ। ਜਿਸ ਤਰ੍ਹਾਂ ਚੋਰ ਦੁਨੀਆ ਤੋਂ ਲੁਕਦੇ ਫਿਰਦੇ ਹਨ, ਪਰਮਾਤਮਾ ਵੀ ਮਨੁੱਖ ਦੇ ਦਿਲ ਦੇ ਵਿੱਚ ਲੁਕਿਆ ਫਿਰਦਾ ਹੈ। ਤਾਂ ਉਸ ਨੂੰ ਹੀ ਪਕੜਨਾ ਪੈਂਦਾ ਹੈ, ਆਪਣੀ ਭਗਤੀ ਦੇ ਨਾਲ, ਪਿਆਰ ਦੇ ਨਾਲ, ਸਿਮਰਨ ਦੇ ਨਾਲ, ਤਿਆਗ ਦੇ ਨਾਲ, ਸ਼ਰਧਾ ਦੇ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਅੱਜ ਆਪਾਂ ਸਾਰੀ ਬੁੱਲੇ ਸ਼ਾਹ ਦੀ ਕਾਫੀ ਕੀਤੀ ਹੈ। ਮੇਰੀ ਬੁੱਕਲ ਦੇ ਵਿੱਚ ਚੋਰ ਸਟੂਡੈਂਟ, ਲੱਗਦਾ ਹੈ ਮੇਰੀ ਮਿਹਨਤ ਤੁਹਾਨੂੰ ਸਮਝ ਆਏਗੀ। ਠੀਕ ਹੈ, ਤੁਸੀਂ ਜੇ ਤੁਹਾਨੂੰ ਥੋੜ੍ਹੀ ਜਿਹੀ ਵੀ ਇਹ ਅੱਛੀ ਲੱਗਦੀ ਹੈ ਤਾਂ ਪਲੀਜ਼ ਇਸ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਔਰ ਵੱਧ ਤੋਂ ਵੱਧ ਮੇਰਾ ਹੌਸਲਾ ਵਧਾਓ ਤਾਂ ਕਿ ਆਪਾਂ ਸਾਰਾ ਟੌਪਿਕ ਪੰਜਾਬੀ ਦੇ ਸਾਰਾ ਆਪਾਂ ਨੋਟਸ ਵਗੈਰਾ ਸਾਰੇ ਕਰੀਏ। ਥੈਂਕ ਯੂ। ਪਲੀਜ਼ ਸਬਸਕ੍ਰਾਈਬ ਮਾਈ ਚੈਨਲ MG ਕਲਾਸਿਸ। ਥੈਂਕ ਯੂ।